ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਗੁਰ ਦਿਓ ਹੈ ਆਪਣੇ, ਜਾਂ ਕੈ ਮਸਤਕ ਕਰਮਾ। ਨਾਮ ਦ੍ਰਿੜਾਵੈ ਨਾਮ ਜਪਾਵੈ, ਤਾਂ ਕਾ ਜੁਗ ਮੈਂ ਧਰਮਾ। ਜਨ ਕੋ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਪਤ ਜਨ ਕੀ। ਮਾਨੈ ਜੋ ਜੋ ਹੋਗ ਰਹਾਉ, ਨਾਮ ਧਨ ਜਿਸ ਜਨ ਕੈ ਪਾਲੈ। ਸੋਈ ਪੂਰਾ ਸਹਾ, ਨਾਮ ਬਿਵਹਾਰਾ ਨਾਨਕ ਆਧਾਰਾ। ਨਾਮ ਪ੍ਰਾਪਤ ਲਹਾ, ਸੋ ਕਹੁ ਟਲ ਗੁਰ ਸੇਵੀਐ। ਅਹਨਸੈ ਸੁਭਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ, ਹੋਵੈ ਸਿੱਖ ਖਸਮ ਦੀ। ਨੂਰ ਅਰਸੋਂ ਕੁਰਸੋਂ ਝਟਿਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾ। ਜਤਨ ਕਰੈ ਮਾਨੁਖ ਡਹਕਾਵੈ, ਉਹ ਅੰਤਰਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ। ਜਤਨ ਕਰੈ ਮਾਨੁਖ ਡਹਕਾਵੈ, ਉਹ ਅੰਤਰਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ। ਜਾਨਤ ਦੂਰ ਤੁਮਹੇ ਪ੍ਰਭ ਨੇ, ਉਤ ਤਾਕੈ ਉਤ ਤੇ ਉਤ ਭੇਖੈ। ਆਵੈ ਲੋਭੀ ਫੇਰ ਰਹਾਉ, ਜਬ ਲਗ ਟੁਟੈ ਨਾਹੀ ਮਨ ਪਰਮਾ। ਤਬ ਲਗ ਮੁਕੂਤ ਨ ਕੋਈ, ਕਹੋ ਨਾਨਕ ਦਇਆਲ ਸੁਆਮੀ। ਸੰਤ ਭਗਤ ਜਨ ਸੋਈ, ਜਬ ਲਗ ਟੁਟੈ ਨਾਹੀ ਮਨ ਭਰਮਾ। ਤਬ ਲਗ ਮੁਕਤ ਨ ਕੋਈ, ਕਹੋ ਨਾਨਕ ਦਇਆਲ ਸੁਆਮੀ। ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਮੁਬਾਰਕ ਬਚਨ ਗੁਰੂ ਕੀ ਸੰਗਤ ਆਪ ਜੀਆਂ ਨੇ ਸਰਵਣ ਕੀਤੇ ਹਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ ਜੋ ਭੱਟਾ ਨੇ ਬੜਾ ਸੁੰਦਰ ਬਿਆਨ ਕੀਤਾ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਦਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੰਗ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀ ਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਧੰਨ ਗੁਰੂ ਰਾਮਦਾਸ ਮਹਾਰਾਜ ਆਪਣੀ ਚਰਨ ਸ਼ਰਨ ਵਿੱਚ ਰੱਖਣਾ ਪਿਆਰਿਓ। ਇਹੋ ਅਰਦਾਸ ਉਸ ਮਾਲਕ ਦੇ ਚਰਨਾਂ ਦੇ ਵਿੱਚ ਕੀਤੀ ਜਾਵੇ, ਤਾਂ ਹੀ ਸਤਿਗੁਰੂ ਸਾਨੂੰ ਆਪਣੀ ਚਰਨ ਸ਼ਰਨ ਬਖਸ਼ਿਸ਼ ਕਰੇਗਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਜਦੋਂ ਦਰਸ਼ਨ ਕਰਦੇ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਇਹੋ ਅਰਦਾਸ ਬੇਨਤੀ ਕਰੀਏ, ਮਹਾਰਾਜ ਸਾਨੂੰ ਆਪਣੀ ਚਰਨ ਸ਼ਰਨ ਬਖਸ਼ਿਸ਼ ਕਰੋ। ਸਾਨੂੰ ਕਦੇ ਆਪਣੇ ਤੋਂ ਦੂਰ ਨਾ ਕਰਿਓ, ਸਾਨੂੰ ਹਮੇਸ਼ਾ ਹੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ। ਜਦੋਂ ਸਾਡੀ ਅੰਦਰ ਦੀ ਬਿਰਹਾ ਇੱਦਾਂ ਦੀ ਹੋਵੇਗੀ,
ਮਨ ਦੇ ਵਿੱਚ ਵੈਰਾਗ ਦੇ ਨਾਲ ਉਸ ਮਾਲਕ ਦੀ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ। ਇਹੀਓ ਕਹਿਣਾ, ਵਾਹਿਗੁਰੂ ਨਾ ਕਦੇ ਭੁੱਲੀ ਨਾ ਭੁਲਾਵੀਂ, ਹਮੇਸ਼ਾ ਤੁਹਾਡੀ ਯਾਦ ਸਾਡੇ ਜ਼ਿਹਨ ਦੇ ਅੰਦਰ ਬਣੀ ਰਹੇ, ਤੁਹਾਡੇ ਦਰਸ਼ਨ ਦਿਦਾਰੇ ਕਰਦੇ ਰਹੀਏ। ਜਿਤਨੀ ਕੋਈ ਜ਼ਿੰਦਗੀ ਹੈ ਤੁਹਾਡੇ ਦਰਸ਼ਨ ਦਿਦਾਰੇ ਤੋਂ ਬਿਨਾਂ ਨਾ ਨਿਕਲੇ। ਜਦੋਂ ਇਹ ਅਰਦਾਸ ਸਿੱਖ ਜੁੜ ਕਰਕੇ ਕਰਦਾ ਤੇ ਪਿਆਰਿਓ ਵਾਹਿਗੁਰੂ ਫਿਰ ਬਖਸ਼ਿਸ਼ ਕਰ ਦਿੰਦਾ ਹੈ। ਕਈ ਵਾਰੀ ਦੂਰ ਵੀ ਕਰ ਦਿੰਦਾ ਪਿਆਰਿਓ, ਉਹ ਸਾਡੇ ਆਪੋ ਆਪਣੇ ਕਰਮਾਂ ਦਾ ਹਿਸਾਬ ਹੈ। ਵਾਹਿਗੁਰੂ ਦੀ ਮਰਜ਼ੀ ਹੈ, ਕਈ ਵਾਰੀ ਦੂਰ ਵੀ ਕਰ ਦਿੰਦਾ ਤੇ ਕਈ ਵਾਰੀ ਨੇੜੇ ਵੀ ਕਰ ਲੈਂਦਾ ਹੈ। ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹਮੇਸ਼ਾ ਹੀ ਕਰਦੇ ਰਹੀਏ, ਵਾਹਿਗੁਰੂ ਸਾਨੂੰ ਦੂਰ ਨਾ ਕਰੀ ਕਦੇ ਵੀ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀ। ਇਹ ਮੁਬਾਰਕ ਵਚਨ ਜੋ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਹੈ 680 ਅੰਗ ਤੇ ਸਵਾਈਵਾਨ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਸਤਿਗੁਰਾਂ ਦੀ ਆਪਣੀ ਮੁਬਾਰਕ ਵਚਨ ਆਪ ਜੀਆਂ ਨੇ ਪਹਿਲੋਂ ਡੰਡੌਤ ਦੇ ਰੂਪ ਦੇ ਵਿੱਚ ਜੋ ਸ਼ਬਦ ਸਰਵਣ ਕੀਤਾ। ਸਤਿਗੁਰੂ ਕਹਿੰਦੇ, ਨਾਮ ਗੁਰ ਦੇਇਓ ਹੈ ਆਪਨ, ਜਾਂ ਕੈ ਮਸਤਕ ਕਰਮਾ। ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਬਖਸ਼ਿਸ਼ ਕੀਤਾ ਪਿਆਰਿਓ, ਪਹਿਲਾਂ ਹੀ ਮਸਤਕ ਦੇ ਵਿੱਚ ਪਾਇਆ ਹੋਇਆ, ਪਹਿਲਾਂ ਹੀ ਇਹ ਲਿਖਿਆ ਹੋਇਆ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਦ੍ਰਿੜਾਵੈ ਨਾਮ ਜਪਾਵੈ, ਤਾਂ ਕਾ ਜੁਗ ਮੈਂ ਧਰਵਾ। ਵਾਹਿਗੁਰੂ ਆਪਣਾ ਨਾਮ ਹੀ ਦ੍ਰਿੜਾਉਂਦਾ, ਪੱਕਾ ਕਰਾਉਂਦਾ ਤੇ ਨਾਮ ਹੀ ਜਪਾਉਂਦਾ। ਇਹ ਅਸਲ 'ਚ ਉਸ ਮਾਲਿਕ ਦਾ ਧਰਮ ਹੈ। ਜਨ ਕੋ ਨਾਮ ਵਡਾਈ ਸੋਭੂ, ਆਪਣੇ ਪਿਆਰਿਆਂ ਨੂੰ ਉਹ ਨਾਮ ਦੀ ਵਡਿਆਈ ਬਖਸ਼ਿਸ਼ ਕਰਦਾ ਪਿਆਰਿਓ, ਜਿਹੜੇ ਉਹਦੇ ਹੋ ਜਾਂਦੇ ਨੇ। ਵਾਹਿਗੁਰੂ ਜੀ ਮੇਰੇ ਤੇ ਇਹ ਕਿਰਪਾ ਕਰ, ਜਨ ਕੋ ਨਾਮ ਵਡਾਈ ਸੋ, ਮੈਂ ਹੋਰ ਕੋਈ ਵਡਿਆਈ ਨਹੀਂ ਚਾਹੁੰਦਾ, ਕੇਵਲ ਤੇ ਕੇਵਲ ਮੇਰੇ ਤੇ ਇਹ ਬਖਸ਼ਿਸ਼ ਕਰ। ਹਰ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ। ਵਾਹਿਗੁਰੂ ਜੀ ਮੇਰੇ ਤੇ ਇਹ ਬਖਸ਼ਿਸ਼ ਕਰੋ, ਤੁਹਾਡੇ ਨਾਮ ਦੇ ਨਾਲ ਮੈਂ ਜੁੜਿਆ ਰਹਾ। ਨਾਮੋ ਗਤ ਨਾਮੋ ਪਤ ਜਨ ਕੀ, ਮਾਨੈ ਜੋ ਜੋ ਹੋਗ। ਅਸਲ ਦੇ ਵਿੱਚ ਨਾਮ ਦੇ ਦੁਆਰਾ ਹੀ ਪਿਆਰਿਓ ਸਾਡੀ ਮੁਕਤੀ ਹੋਈ ਹੈ। ਨਾਮ ਦੇ ਨਾਲ ਜੁੜ ਕੇ ਹੀ ਬਾਤ ਬਣਨੀ ਹੈ। ਤੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਖਸ਼ਿਸ਼ ਕਰ ਰਹੇ ਨੇ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਤਾਕੀਦ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ। ਜਤਨ ਕਰੇ ਮਾਨੁਖ ਡਹਕਾਵੈ, ਉਹ ਅੰਤਰ ਜਾਮਿ ਜਾਣੈ। ਮਨੁੱਖ ਪਿਆਰਿਓ ਦੂਸਰਿਆਂ ਨੂੰ ਧੋਖਾ ਦੇਣ ਵਾਸਤੇ ਡਹਕਾਵੇ, ਬਹਕਾਵੇ ਦੇ ਵਿੱਚ ਲਿਆ ਕਰਕੇ ਯਤਨ ਕਰੇ। ਹਮੇਸ਼ਾ ਮਨੁੱਖ ਦਾ ਇਹ ਯਤਨ ਰਹਿੰਦਾ ਦੂਸਰਿਆਂ ਨੂੰ ਧੋਖਾ ਦੇਣ ਵਾਸਤੇ। ਮਾਨੁਖ ਡਹਕਾਵੇ ਉਹ ਅੰਤਰਜਾਮੀ ਜਾਣੈ। ਪਿਆਰਿਓ ਕਿਹੜੀ ਗੱਲ ਹੈ ਜਿਹੜੀ ਅੰਤਰਜਾਮੀ ਨਹੀਂ ਜਾਣਦਾ, ਜਿਹੜਾ ਵਾਹਿਗੁਰੂ ਨਹੀਂ ਜਾਣਦਾ। ਸਾਡੇ ਦਿਲ ਦੀ ਹਰ ਇੱਕ ਭਾਵਨਾ ਨੂੰ ਉਹ ਜਾਣਦਾ ਹੈ। ਪ੍ਰਭ ਮੇਰਾ ਅੰਤਰਜਾਮੀ ਜਾਣ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮਨੁੱਖ ਤੇ ਹਮੇਸ਼ਾ ਹੀ ਦੂਸਰੇ ਨੂੰ ਧੋਖਾ ਦੇਣ ਦਾ ਯਤਨ ਕਰਦਾ ਰਹਿੰਦਾ। ਕਹਿੰਦੀ ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ ਕਿ ਦੂਸਰੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧੋਖਾ ਦਿੱਤਾ ਜਾਵੇ, ਪਰ ਉਹ ਅੰਤਰਜਾਮੀ ਜਾਣਦਾ ਹੈ। ਉਸ ਤੋਂ ਡਰ ਕੇ ਰਹੀਏ ਕਿ ਉਹ ਵਾਹਿਗੁਰੂ ਸਾਡੀ ਹਰ ਗੱਲ ਨੂੰ ਜਾਣ ਰਿਹਾ। ਜਦੋਂ ਅਸੀਂ ਕਿਸੇ ਨਾਲ ਧੋਖਾ ਕਰਾਂਗੇ, ਫਰੇਬ ਕਰਾਂਗੇ, ਮਾਨੋ ਪਿਆਰਿਓ ਅਸੀਂ ਆਪਣੇ ਨਾਲ ਹੀ ਕਰ ਰਹੇ ਹਾਂ ਧੋਖਾ। ਦੂਸਰੇ ਨੂੰ ਧੋਖਾ ਨਹੀਂ ਦੇ ਰਹੇ, ਅਸੀਂ ਆਪਣੇ ਨਾਲ ਹੀ ਧੋਖਾ ਕਰੇ। ਫਿਰ ਕਰਦੇ ਕੀ ਹਾਂ? ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ। ਭੇਖ ਕਹਿੰਦੇ ਬਣਾ ਲੈਂਦਾ ਧਾਰਮਿਕ, ਨਿਰਵਾਨੇ ਤੋਂ ਭਾਵ ਹੈ ਧਾਰਮਿਕ ਭੇਖ ਬਣਾ ਲੈਂਦਾ। ਚੋਲਾ ਵੀ ਪਾ ਲਿਆ, ਪੱਗ ਵੀ ਵਧੀਆ ਬੰਨ੍ਹ ਲਈ, ਪਰ ਪਾਪ ਕਰਦਾ ਹੈ।
पाप करे पंजां की बस रे, तीर्थ नहाए कहे सब उतरे। ਕਹਿੰਦੇ ਪੰਜਾਂ ਦੇ ਵਸ ਹੋ ਕਰਕੇ ਇਹ ਪਾਪ ਕਰਦਾ, ਪਰ ਭੇਖ ਇਸ ਨੇ ਬਣਾਇਆ ਹੋਇਆ ਨਿਰਵਾਣੇ, ਚੰਗਾ ਸੋਹਣਾ ਧਰਮ ਵਾਲਾ ਭੇਖ, ਧਾਰਮਿਕ ਲਿਬਾਸ ਪਾਇਆ ਹੋਇਆ, ਪਰ ਪਾਪ ਕਰਨੋਂ ਨਹੀਂ ਹਟਦਾ। ਪਾਪ ਕਰੇ ਘਰ ਮੁਕਰ ਪਾਵੇ, ਤੇ ਪਾਪ ਕਰਕੇ ਮੁਕਰ ਜਾਂਦਾ ਹੈ। ਜਦੋਂ ਵੀ ਪਾਪ ਕਰਦਾ ਹੈ ਉਦੋਂ ਮੁਕਰ ਜਾਂਦਾ ਪਿਆਰੂ। ਭੇਖ ਕਰ ਨਿਰਵਾਣੇ। ਇੱਕ ਰਾਜੇ ਦੀ ਸਾਖੀ ਆਉਂਦੀ ਹੈ ਜਿਸ ਦਾ ਨਾਮ ਰਾਜਾ ਸੁਕ੍ਰਿਤ। ਸੁਕ੍ਰਿਤ ਨਾਮ ਤੋਂ ਪਿਆਰਿਓ ਕੀ ਪਤਾ ਲੱਗਦਾ ਕਿ ਚੰਗੀ ਕਿਰਤ ਵਾਲਾ। ਨਾਮ ਹੀ ਜਿਹੜਾ ਹੈ ਸੁਕ੍ਰਿਤ, ਸੁਕ੍ਰਿਤ ਤੋਂ ਭਾਵ ਹੈ ਚੰਗੀ ਕਿਰਤ ਕਰਨਾ। ਇਸ ਦਾ ਨਾਮ ਸੀ ਰਾਜਾ ਸੁਕ੍ਰਿਤ। ਇਹ ਬੜੀ ਚੰਗੀ ਕਿਰਤ ਕਰਦਾ ਸੀ, ਰਾਜ ਭਾਗ ਬੜਾ ਚੰਗਾ ਚਲਾਉਂਦਾ ਸੀ, ਬੜਾ ਧਾਰਮਿਕ ਰਾਜਾ ਸੀ, ਤੇ ਇਹਦੇ ਰਾਜ ਦੇ ਵਿੱਚ ਸਾਰੇ ਲੋਕ ਸੁਖੀ ਸਨ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਪਿਆਰਿਓ, ਤੇ ਉਦੋਂ ਇਹ ਗੱਲ ਆਉਂਦੀ ਹੈ ਸਾਹਮਣੇ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਕਿਸੇ ਨੇ ਰਾਜ ਨਹੀਂ ਕੀਤਾ, ਕਿਸੇ ਨੇ ਉਹਨਾਂ ਦੇ ਵਰਗਾ ਰਾਜ ਨਹੀਂ ਕੀਤਾ। ਸਾਰਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਵੇਖਣਾ, ਹਿੰਦੂਆਂ ਦਾ ਵੀ ਸਤਿਕਾਰ, ਮੁਸਲਮਾਨਾਂ ਦਾ ਵੀ ਸਤਿਕਾਰ, ਹਰ ਇੱਕ ਧਰਮ ਦਾ ਸਤਿਕਾਰ ਉਹਨਾਂ ਨੇ ਪੂਰਾ ਕੀਤਾ। ਮੁਸਲਮਾਨਾਂ ਨੂੰ ਤੇ ਮਸਜਿਦਾਂ ਤੱਕ ਬਣਾ ਕੇ ਦੇਣੀਆਂ, ਹਿੰਦੂਆਂ ਨੂੰ ਮੰਦਰ ਬਣਾ ਕੇ ਦੇਣੇ, ਤੇ ਸਿੱਖਾਂ ਵਾਸਤੇ ਤੇ ਪਿਆਰਿਓ ਸਿੱਖੋ ਹੈ ਸੀ ਉਹਦੀ ਆਸਥਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਹੈ ਹੀ ਬਹੁਤ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਐਵੇਂ ਨਹੀਂ ਸਾਰੇ ਯਾਦ ਕਰਦੇ ਕਿ ਉਹਦਾ ਰਾਜਕਾਜ ਹੀ ਇਸੇ ਤਰ੍ਹਾਂ ਦਾ ਸੀ। ਇਸੇ ਤਰ੍ਹਾਂ ਹੀ ਕਹਿੰਦੇ ਉਹ ਰਾਜਾ ਜਿਹੜਾ ਸੁਕ੍ਰਿਤ ਸੀ ਉਹਦਾ ਰਾਜ ਬੜਾ ਚੰਗਾ ਸੀ। ਉਹਦੇ ਰਾਜ ਦੇ ਵਿੱਚ ਪ੍ਰਜਾ ਬੜੀ ਸੁਖੀ ਸੀ, ਪ੍ਰਜਾ ਬਹੁਤ ਸੁਖੀ, ਤੇ ਉਹਦੀ ਨਗਰੀ ਦਾ ਨਾਮ ਸੀ ਸੁੰਦਰ ਨਗਰੀ। ਸੁੰਦਰ ਨਗਰੀ, ਜਦੋਂ ਸੁੰਦਰ ਨਗਰੀ ਦੇ ਵਿੱਚ ਇਹ ਰਾਜ ਕਰ ਰਿਹਾ ਤੇ ਰਾਜ ਭਾਗ ਵੀ ਬੜਾ ਸੁੰਦਰ ਕਰ ਰਿਹਾ। ਪਰ ਇਸ ਨਗਰੀ ਦੇ ਉੱਤੇ, ਇਹ ਸ਼ਹਿਰ ਦੇ ਉੱਤੇ ਦੂਸਰਿਆਂ ਰਾਜਿਆਂ ਦੀ ਹਮੇਸ਼ਾ ਹੀ ਅੱਖ ਸੀ ਕਿ ਕਿਸੇ ਤਰੀਕੇ ਦੇ ਨਾਲ ਇਸ ਨੂੰ ਲੁੱਟ ਕੇ ਤੇ ਆਪਣੀ ਬਣਾਇਆ ਜਾਵੇ, ਆਪਣੇ ਵਿੱਚ ਲੈ ਲਿਆ ਜਾਵੇ। ਕਿਉਂਕਿ ਰਾਜਿਆਂ ਦਾ ਇਹੋ ਕੰਮ ਹੁੰਦਾ, ਦੂਸਰੇ ਰਾਜਾਂ ਨੂੰ ਹੜੱਪ ਕੇ ਆਪਣੇ ਵਿੱਚ ਮਿਲਾ ਲੈਣ, ਆਪਣੇ ਰਾਜ ਨੂੰ ਵੱਡਾ ਕਰਨ ਵਾਸਤੇ। ਰਾਜੇ ਸੁਕ੍ਰਿਤ ਦੇ ਕੋਲ ਇੱਕ ਕਹਿੰਦੇ ਬੜਾ ਬਲਵਾਨ ਜਰਨੈਲ ਸੀ ਜਿਸ ਦਾ ਨਾਮ ਭੀਮ ਸੀ। ਉਹਦੇ ਕਰਕੇ ਜਦੋਂ ਕੋਈ ਚੜ੍ਹ ਕੇ ਆਉਂਦਾ ਤੇ ਇਹ ਜਿਹੜਾ ਬਲਵਾਨ ਜਰਨੈਲ ਭੀਮ ਸੀ, ਕਹਿੰਦੇ ਕਦੀ ਕਿਸੇ ਨੂੰ ਅੱਗੇ ਨਹੀਂ ਸੀ ਆਉਣ ਦਿੰਦਾ, ਮਾਰ ਖਪਾਉਂਦਾ ਸੀ, ਤੇ ਰਾਜ ਉਸੇ ਤਰ੍ਹਾਂ ਹੀ ਰਾਜੇ ਸੁਕ੍ਰਿਤ ਦਾ ਬਣਿਆ ਹੋਇਆ ਸੀ। ਕਹਿੰਦੇ ਇੱਕ ਵਾਰੀ ਐਸਾ ਹੋਇਆ ਕਿ ਦੂਸਰੇ ਰਾਜ ਵਾਲਿਆਂ ਨੇ ਚੜ੍ਹਾਈ ਕੀਤੀ, ਤੇ ਇਹ ਜਿਹੜਾ ਭੀਮ ਸੀ ਜਰਨੈਲ, ਕਹਿੰਦੇ ਬਹੁਤ ਜ਼ਖਮੀ ਹੋ ਗਿਆ, ਬਹੁਤ ਇਸ ਦੇ ਫੱਟ ਵੱਜ ਗਈ। ਰਾਜ ਤੇ ਭਾਵੇਂ ਬਚ ਗਿਆ, ਰਾਜ ਬਚਾ ਲਿਆ, ਨੁਕਸਾਨ ਕੋਈ ਨਹੀਂ ਹੋਇਆ, ਪਰ ਇਸ ਦੇ ਫੱਟ ਬਹੁਤ ਵੱਜ ਗਏ। ਹੁਣ ਇਸ ਨੂੰ ਇਸ ਦਾ ਇੱਕ ਮਿੱਤਰ ਮਿਲਣ ਵਾਸਤੇ ਆਇਆ, ਭੀਮ ਨੂੰ ਉਸਦਾ ਮਿੱਤਰ ਮਿਲਣ ਵਾਸਤੇ ਆਇਆ ਤੇ ਆ ਕੇ ਕਹਿੰਦਾ ਕਿ ਰਾਜ ਭਾਗ ਦੀ ਰਖਵਾਲੀ ਤੂੰ ਕਰਦਾ ਹੈ, ਤੂੰ ਏਡਾ ਵੱਡਾ ਜਰਨੈਲ, ਤੇ ਕਹਿੰਦੇ ਤੇਰੀ ਕੀਰਤੀ ਇੰਨੀ ਫੈਲੀ ਹੋਈ ਹੈ ਕਿ ਤੇਰੇ ਕਰਕੇ ਰਾਜ ਚੱਲ ਰਿਹਾ, ਤੇ ਤੂੰ ਆਪ ਹੀ ਕਿਉਂ ਨਹੀਂ ਰਾਜ ਸਿੰਘਾਸਨ ਤੇ ਬੈਠ ਜਾਂਦਾ। ਕਹਿੰਦੇ ਰਾਜੇ ਸੁਕ੍ਰਿਤ ਨੂੰ ਲਾ ਕੇ ਤੇ ਆਪ ਰਾਜ ਤੇ ਬੈਠ ਜਾ। ਪਹਿਲੋਂ ਤੇ ਇਸ ਨੇ ਸੋਚਿਆ ਕਿ ਰਾਜਾ ਸੁਕ੍ਰਿਤ ਬਹੁਤ ਇੱਕ ਚੰਗਾ ਰਾਜਾ ਹੈ, ਮੈਂ ਇਸ ਦਾ ਰਾਜ ਖੋਵਾਂ ਕਿਉਂ। ਮਨ ਦੇ ਵਿੱਚ ਇਹ ਗੱਲ ਆਈ ਕਿ ਮੈਂ ਇਸ ਦਾ ਰਾਜ ਨਹੀਂ ਖੋਣਾ। ਫਿਰ ਕਹਿੰਦੇ ਜਿਸੋਂ ਸੋਚਿਆ ਇਹਨੇ, ਕਹਿੰਦੇ ਜਿਤਨੀਆਂ ਜੰਗਾਂ ਹੋਈਆਂ ਉਤਨਿਆਂ ਦੇ ਵਿੱਚ ਕਹਿੰਦੇ ਮੈਂ ਕਹਿੰਦੇ ਅੱਗੇ ਹੋ ਕੇ ਲੜਿਆ, ਲੜਦਾ ਤੇ ਮੈਂ ਹਾਂ। ਮਨ ਦੇ ਵਿੱਚ ਈਗੋ ਆ ਗਿਆ, ਅਹੰਕਾਰ ਆ ਗਿਆ ਕਿ ਲੜਦਾ ਤੇ ਮੈਂ ਹਾਂ, ਪਰ ਰਾਜ ਕਰ ਰਿਹਾ ਰਾਜਾ ਸੁਕ੍ਰਿਤ। ਇਸ ਨੇ ਵਜ਼ੀਰਾਂ ਦੇ ਨਾਲ ਮਿਲ ਕਰਕੇ ਪਿਆਰਿਓ ਰਾਜ ਤਖਤੇ ਤੋਂ ਰਾਜੇ ਸੁਕ੍ਰਿਤ ਨੂੰ ਲਾ ਦਿੱਤਾ। ਰਾਜੇ ਸੁਕ੍ਰਿਤ ਨੂੰ ਲਾ ਦਿੱਤਾ ਤੇ ਨਾਲ ਇਹ ਵੀ ਕਹਿ ਦਿੱਤਾ, ਕਦੋਂ ਰਾਜਾ ਸੁਕ੍ਰਿਤ ਰਾਜ ਭਾਗ ਤੋਂ ਲੱਥ ਗਿਆ ਤੇ ਹੁਣ ਭੀਮ ਦੇ ਮਨ ਦੇ ਵਿੱਚ ਇਹ ਗੱਲ ਹੈ, ਜਿਹੜਾ ਜਰਨੈਲ ਭੀਮ ਹੈ ਇਹਦੇ ਮਨ ਦੇ ਵਿੱਚ ਇਹ ਗੱਲ ਹੈ ਕਿ ਰਾਜੇ ਸੁਕ੍ਰਿਤ ਨੂੰ ਮੈਂ ਮਰਵਾ ਦੇਵਾਂਗਾ।
ਰਾਜੇ ਸੁਕ੍ਰਿਤ ਨੂੰ ਮੈਂ ਮਰਵਾ ਦੇਵਾਂਗਾ, ਕਿਉਂਕਿ ਇਸ ਦਾ ਮਾਣ ਸਤਿਕਾਰ ਜਨਤਾ ਦੇ ਵਿੱਚ ਬਹੁਤ ਹੈ, ਇਸ ਨੂੰ ਮੈਂ ਰਹਿਣ ਨਹੀਂ ਦੇਵਾਂਗਾ, ਮਰਵਾ ਦੇਵਾਂਗਾ। ਉਸਨੇ ਇਨਾਮ ਰੱਖ ਦਿੱਤਾ। ਰਾਜੇ ਸੁਕ੍ਰਿਤ ਨੂੰ ਪਤਾ ਲੱਗ ਗਿਆ, ਉਹ ਭੇਸ ਬਦਲ ਕੇ ਪਿਆਰਿਓ ਇੱਥੋਂ ਨਿਕਲ ਗਿਆ। ਭੇਸ ਬਦਲ ਕੇ ਇੱਥੋਂ ਨਿਕਲ ਗਿਆ ਤੇ ਜਿਸ ਵੇਲੇ ਰਾਜ ਭਾਗ ਤੋਂ ਬਾਹਰ ਜਾ ਰਿਹਾ ਸੀ, ਭੇਸ ਬਦਲਿਆ ਹੋਇਆ। ਜਿਹੜਾ ਮਨੁੱਖ ਚੰਗੇ ਕਰਮ ਕਰਨ ਵਾਲਾ, ਉਹ ਕਦੀ ਮਾੜਾ ਕਰਮ ਨਹੀਂ ਕਰਦਾ। ਜਿਸ ਵੇਲੇ ਰਾਜ ਭਾਗ ਤੋਂ ਬਾਹਰ ਜਾ ਰਿਹਾ ਸੀ ਤੇ ਅੱਗੋਂ ਇੱਕ ਮਨੁੱਖ ਮਿਲਿਆ, ਕਹਿੰਦੀ ਕਿ ਮੈਂ ਰਾਜਾ ਸੁਕ੍ਰਿਤ ਨੂੰ ਮਿਲਣਾ ਹੈ, ਮੈਂ ਰਾਜੇ ਸੁਕ੍ਰਿਤ ਨੂੰ ਮਿਲਣਾ। ਕਹਿੰਦੀ ਕਾਹਦੇ ਵਾਸਤੇ ਮਿਲਣਾ? ਕਹਿੰਦੀ ਇੱਕ ਤੇ ਮੇਰਾ ਬੱਚਾ ਬਿਮਾਰ ਹੈ ਤੇ ਦੂਸਰਾ ਮੇਰੀ ਬੱਚੀ ਦਾ ਵਿਆਹ ਹੈ। ਕਹਿੰਦੀ ਇਸ ਕਰਕੇ ਮਿਲਣਾ ਰਾਜੇ ਸੁਕ੍ਰਿਤ ਨੂੰ। ਮੈਨੂੰ ਪਤਾ ਕਿ ਰਾਜਾ ਸੁਕ੍ਰਿਤ ਬੜਾ ਧਰਮੀ ਹੈ, ਪਰ ਮਿਲਿਆ ਵੀ ਰਾਜੇ ਸੁਕ੍ਰਿਤ ਨੂੰ। ਰਾਜਾ ਸੁਕ੍ਰਿਤ ਕਹਿੰਦਾ ਕਿ ਜੇ ਮੈਂ ਹੁਣ ਅੱਗੇ ਨੂੰ ਚਲਿਆ ਜਾਂਦਾ, ਇਹ ਭਲੇ ਦਾ ਕਰਮ ਹੈ, ਇਹ ਭਲੇ ਦਾ ਕਰਮ ਮੈਂ ਜ਼ਰੂਰ ਕਰਨਾ ਹੈ। ਕਹਿੰਦੀ ਰਾਜ ਤਖਤ ਤੇ ਭਾਵੇਂ ਭੀਮ ਬੈਠਾ ਹੋਇਆ, ਮੈਂ ਰਾਜ ਭਾਗ ਦੇ ਵਿੱਚ ਜਾਵਾਂਗਾ, ਕਿਉਂਕਿ ਉਸਨੇ ਮੇਰਾ ਇਨਾਮ ਰੱਖਿਆ ਹੋਇਆ, ਉਸਨੇ ਮੇਰਾ ਇਨਾਮ ਰੱਖਿਆ ਹੋਇਆ। ਜਿਹੜਾ ਲੈ ਕੇ ਆਵੇਗਾ ਉਸਨੂੰ ਮੈਂ ਇਨਾਮ ਦੇਵਾਂਗਾ। ਮੈਨੂੰ ਭੀਮ ਜਿਹੜਾ ਜਰਨੈਲ ਹੈ ਉਹ ਰਾਜਾ ਬਣਿਆ, ਇਹ ਮੈਨੂੰ ਮਾਰਨਾ ਚਾਹੁੰਦਾ ਹੈ ਤੇ ਮੈਂ ਭਰੇ ਦਾ ਕੰਮ ਇਹ ਹੈ, ਇਹ ਗਰੀਬ ਆਦਮੀ ਦਾ ਇੱਕ ਬੱਚਾ ਬਿਮਾਰ ਹੈ, ਦੂਸਰਾ ਇਸ ਦੀ ਬੱਚੀ ਵਿਆਹੁਣ ਵਾਲੀ ਹੈ, ਇਹ ਭਰੇ ਦਾ ਕਰਮ ਮੈਂ ਕਰਨਾ ਚਾਹੁੰਦਾ। ਕਹਿੰਦੇ ਉਸ ਨੂੰ ਨਾਲ ਲੈ ਕੇ ਕਹਿੰਦੇ ਆਪਣੇ ਰਾਜ ਭਾਗ ਸੁੰਦਰ ਨਗਰੀ ਦੇ ਵਿੱਚ ਆਇਆ। ਜਿਸ ਵੇਲੇ ਸੁੰਦਰ ਨਗਰੀ ਦੇ ਵਿੱਚ ਆਇਆ ਤੇ ਸਾਰੇ ਲੋਕ ਵੇਖ ਕੇ ਬੜੇ ਦੰਗ ਰਹਿ ਗਏ, ਬੜੀ ਖੁਸ਼ੀ ਹੋਈ। ਵਜ਼ੀਰਾਂ ਨੇ ਜਿਸ ਵੇਲੇ ਵੇਖਿਆ ਕਿ ਰਾਜੇ ਸੁਕ੍ਰਿਤ ਨੇ ਭੇਸ ਬਦਲਿਆ ਹੋਇਆ ਤੇ ਜਿਸ ਵੇਲੇ ਆਇਆ ਤੇ ਆ ਕੇ ਆਪਣੇ ਹੀ ਜਰਨੈਲ ਨੂੰ, ਜਿਹੜਾ ਰਾਜ ਭਾਗ ਦੇ ਉੱਤੇ ਹੁਣ ਹਾਵੀ ਹੋਇਆ ਬੈਠਾ ਸੀ, ਰਾਜ ਭਾਗ ਦਾ ਮਾਲਕ ਬਣਿਆ ਹੋਇਆ ਸੀ, ਉਸ ਨੂੰ ਕਹਿੰਦਾ ਕਿ ਆ ਲਓ। ਕਹਿੰਦੀ ਮੈਂ ਤੁਹਾਡੇ ਸਾਹਮਣੇ ਹਾਂ, ਆਹ ਮਨੁੱਖ ਮੈਨੂੰ ਫੜ ਕੇ ਲੈ ਕੇ ਆਇਆ ਹੈ, ਇਸ ਦਾ ਜਿਹੜਾ ਇਨਾਮ ਬਣਦਾ ਇਸ ਨੂੰ ਦੇ ਦੇਵੋ ਤੇ ਮੇਰੇ ਨਾਲ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਕਰ ਲਓ। ਤੁਸੀਂ ਹੁਣ ਰਾਜ ਤਖਤ ਤੇ ਹੋ, ਤੁਸੀਂ ਰਾਜ ਸਿੰਘਾਸਨ ਤੇ ਹੋ, ਹੁਣ ਤੂੰ ਮੇਰਾ ਜਰਨੈਲ ਨਹੀਂ, ਹੁਣ ਤੂੰ ਰਾਜ ਸਿੰਘਾਸਨ ਤੇ ਆ, ਰਾਜ ਕਰ ਰਿਹਾ, ਤੇਰਾ ਹੁਕਮ ਚੱਲਦਾ। ਜੋ ਤੂੰ ਸਜ਼ਾ ਦੇਵੇਂਗਾ ਮੈਨੂੰ ਮਨਜ਼ੂਰ ਹੈ, ਜੋ ਸਜ਼ਾ ਦੇਵੇਂਗਾ ਮੈਨੂੰ ਮਨਜ਼ੂਰ ਹੈ, ਪਰ ਇਸ ਦਾ ਕੰਮ ਕਰ ਦੇ। ਜਿਹੜਾ ਤੂੰ ਇਨਾਮ ਮੇਰਾ ਰੱਖਿਆ ਸੀ ਉਹ ਇਸ ਨੂੰ ਪੈਸੇ ਦੇ ਦੇ, ਕਿਉਂਕਿ ਇਸ ਦਾ ਬੱਚਾ ਵੀ ਬਿਮਾਰ ਹੈ, ਇਸ ਦੀ ਬੱਚੀ ਵਿਆਹੁਣ ਵਾਲੀ, ਇਹ ਕੰਮ ਕਰ ਦੇ। ਉਸੇ ਵੇਲੇ ਪਿਆਰਿਓ ਰਾਜ ਸਿੰਘਾਸਨ ਤੋਂ ਭੀਮ ਉੱਠਿਆ ਤੇ ਉੱਠ ਕੇ ਰਾਜੇ ਸੁਕ੍ਰਿਤ ਦੇ ਚਰਨਾਂ ਤੇ ਢਹਿ ਪਿਆ। ਰਾਜੇ ਸੁਕ੍ਰਿਤ ਦੇ ਚਰਨਾਂ ਤੇ ਢਹਿ ਪਿਆ। ਇਹ ਤੋਂ ਕਹਿਣ ਤੋਂ ਮੁਰਾਦ ਇਹ ਹੈ ਕਿ ਜੇ ਅਸੀਂ ਕਿਸੇ ਦਾ ਭਲਾ ਸੋਚਦੇ ਹਾਂ ਤੇ ਵਾਹਿਗੁਰੂ ਸਾਡਾ ਭਲਾ ਜ਼ਰੂਰ ਹੀ ਕਰਦਾ, ਅਵਸ਼ ਹੀ ਕਰਦਾ ਹੈ। ਨਾਲ ਦੇ ਨਾਲ ਹੀ ਮੇਰਾ ਮਾਲਕ, ਕਿਉਂਕਿ ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਉਸੇ ਵੇਲੇ ਰਾਜ ਤਖਤੇ ਤੇ ਫਿਰ ਰਾਜੇ ਸੁਕ੍ਰਿਤ ਨੂੰ ਭੀਮ ਨੇ ਬਿਠਾ ਦਿੱਤਾ। ਕਿਉਂਕਿ ਉਸਨੇ ਭਲੇ ਦਾ ਕੰਮ ਕੀਤਾ ਸੀ। ਭਲੇ ਦੇ ਕੰਮ ਵਾਸਤੇ ਪਿਆਰਿਓ ਜ਼ਰੂਰ ਕੋਈ ਨਾ ਕੋਈ ਉਸਦਾ ਖਜ਼ਾਨਾ ਚੰਗਾ ਹੀ ਮਿਲਦਾ। ਇਹ ਕਹਿੰਦੇ ਸੇਠ ਨੇ ਬੇੜੀ ਕਿਸੇ ਨੂੰ ਪੇਂਟ ਕਰਨ ਵਾਸਤੇ ਆਖਿਆ ਕਿ ਆ ਮੇਰੀ ਜਿਹੜੀ ਬੇੜੀ ਹੈ ਇਸ ਨੂੰ ਪੇਂਟ ਕਰ ਦੇ। ਇਸ ਬੇੜੀ ਨੂੰ ਕਹਿੰਦੇ ਲਾਲ ਰੰਗ ਦਾ ਪੇਂਟ ਕਰ ਦੇ। ਹੁਣ ਜਿਹੜਾ ਪੇਂਟ ਕਰਨ ਵਾਲਾ ਸੀ ਕਹਿੰਦਾ ਠੀਕ ਹੈ, ਪੈਸੇ ਮੁਕਰਰ ਕਰ ਲਈ। ਉਸਨੇ ਬੇੜੀ ਪੇਂਟ ਕਰ ਦਿੱਤੀ। ਬੇੜੀ ਪੇਂਟ ਜਿਸ ਵੇਲੇ ਕਰ ਦਿੱਤੀ ਤੇ ਬੇੜੀ ਲੈ ਕੇ ਸੇਠ ਲੈ ਕੇ ਚਲਿਆ ਗਿਆ। ਹੁਣ ਉਸ ਬੇੜੀ ਨੂੰ ਲੈ ਕੇ ਉਸਦੇ ਬੱਚੇ ਸਮੁੰਦਰ ਦੇ ਵਿੱਚ ਲੈ ਗਏ। ਹੁਣ ਸੇਠ ਨੂੰ ਯਾਦ ਆਇਆ ਕਿ ਜਿਹੜੀ ਮੈਂ ਬੇੜੀ ਕਹਿੰਦੇ ਪੇਂਟ ਕਰਨ ਵਾਸਤੇ ਦੇ ਕੇ ਆਇਆ ਸੀ ਉਸ ਦੇ ਵਿੱਚ ਛੇਦ ਸੀ, ਉਸ ਦੇ ਵਿੱਚ ਇੱਕ ਛੇਕ ਸੀ ਤੇ ਹੋਵੇ ਨਾ। ਜਦੋਂ ਘਰੋਂ ਪਤਾ ਲੱਗਿਆ ਸਠਾਣੀ ਦੇ ਕੋਲੋਂ ਕਿ ਬੱਚੇ ਬੇੜੀ ਨੂੰ ਲੈ ਕੇ ਗਏ ਨੇ, ਭੱਜਾ ਗਿਆ, ਮਗਰ ਭੱਜਾ ਗਿਆ। ਇਤਨੀ ਦੇਰ ਨੂੰ ਬੱਚੇ ਵਾਪਸ ਆ ਰਹੇ ਸੀ।
ਬੇੜੀ ਨੂੰ ਘੁਮਾ ਕੇ ਵਾਪਸ ਆ ਰਹੇ ਸਨ। ਜਦੋਂ ਬਿਲਕੁਲ ਸਹੀ ਸਲਾਮਤ ਵੇਖਿਆ ਤੇ ਮਨ ਦੇ ਵਿੱਚ ਸੋਚ ਆਈ ਕਿ ਇਸ ਬੇੜੀ ਦੇ ਵਿੱਚ ਛੇਦ ਕੀਤਾ ਹੋਇਆ ਸੀ, ਪਹਿਲੋਂ ਛੇਕ ਸੀ, ਤੇ ਹੁਣ ਮਨ ਦੇ ਵਿੱਚ ਇਹ ਗੱਲ ਆਈ, ਜਿਹੜਾ ਪੇਂਟ ਕਰਨ ਵਾਲਾ ਸੀ ਨਾ, ਉਸ ਦਾ ਮੈਂ ਇਨਾਮ ਦੇਵਾਂਗਾ। ਪੇਂਟ ਕਰਨ ਵਾਲੇ ਕੋਲ ਗਿਆ, ਕਹਿੰਦੇ ਕੱਲ ਜਿਹੜੇ ਤੇਰੇ ਕੋਲ ਅਸੀਂ ਰੋਗਨ ਕਰਾਇਆ, ਇਸ ਨੂੰ ਪੇਂਟ ਕਰਾਇਆ, ਉਸ ਦੇ ਪੈਸੇ ਸਨ, ਤੇ ਆਹ ਇੱਕ ਚੈੱਕ ਕਹਿੰਦੀ ਇਸ ਕਰਕੇ ਹੈ ਕਿ ਜਿਹੜਾ ਤੂੰ ਇਸ ਦਾ ਛੇਦ ਬੰਦ ਕੀਤਾ। ਮੈਂ ਤੇ ਤੈਨੂੰ ਆਖਿਆ ਕੋਈ ਨਹੀਂ ਸੀ। ਕਹਿੰਦੀ ਕੋਈ ਗੱਲ ਨਹੀਂ। ਕਹਿੰਦੀ ਜਿੱਥੇ ਮੈਂ ਪੇਂਟ ਕੀਤਾ ਤੇ ਛੇਦ ਹੀ ਬੰਦ ਕੀਤਾ, ਇਹ ਤੇ ਕੋਈ ਗੱਲ ਨਹੀਂ। ਕਹਿੰਦੀ ਕੋਈ ਗੱਲ ਵਾਲੀ ਗੱਲ ਨਹੀਂ। ਕਹਿੰਦੇ ਇਹ ਛੇਦ ਜੇ ਤੂੰ ਬੰਦ ਨਾ ਕਰਦਾ, ਇਹ ਭਰੇ ਦਾ ਕੰਮ ਜੇ ਤੂੰ ਨਾ ਕਰਦਾ, ਤੇ ਮੇਰੇ ਬੱਚੇ ਡੁੱਬ ਕੇ ਮਰ ਜਾਣੇ ਸੀ। ਤੇਰੇ ਭਰੇ ਦੇ ਕੰਮ ਵਾਸਤੇ ਪਿਆਰੋ ਕਈ ਵਾਰੀ ਛੋਟਾ ਜਿਹਾ ਹੀ ਕੰਮ ਭਰੇ ਮਨ ਬਣਾ ਲਵੋ ਭਲਾ ਕਰਨ ਵਾਸਤੇ, ਤੇ ਭਲਾ ਕਰਨ ਵਾਸਤੇ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਲੱਭ ਹੀ ਜਾਂਦਾ ਹੈ। ਭਲਾ ਕਰਨ ਦਾ ਮਨ ਬਣਾਇਆ ਹੋਵੇ, ਪਰ ਜੇ ਕਦਰੀ ਮਨੁੱਖ ਨੇ ਇਹ ਮਨ ਹੀ ਬਣਾਇਆ, ਪਾਪ ਕਦੇ ਕਰ ਮੂੰਹ ਕਰ ਪਾਵੇ, ਭੇਖ ਕਰੈ ਨਿਰਭਾਲੇ, ਤੇ ਜੇ ਮਨ ਚ ਬਣਾਇਆ ਕਿ ਪਾਪ ਹੀ ਕਰਮ ਕਰਨਾ ਤੇ ਭੇਖ ਵੀ ਜਿਹੜਾ ਧਾਰਮਿਕ ਰੱਖਣਾ, ਇਹ ਤੇ ਪਿਆਰਿਓ ਧੋਖਾ ਦੇਣ ਵਾਲੀ ਗੱਲ ਹੈ। ਪਰਮੇਸ਼ਰ ਨੂੰ ਵੀ ਧੋਖਾ ਦੇਣ ਵਾਲੀ ਗੱਲ ਹੈ। ਇਹ ਭੇਖ ਬਣਾ ਲਿਆ। ਧਾਰਮਿਕ ਲੋਗਨ ਕੋ ਵਸਕੀਨ, ਕਹਿੰਦੇ ਉਹ ਤੇ ਇਹ ਗੱਲ ਬਣ ਗਈ ਕਿ ਜਿਵੇਂ ਬਗਲ ਮੇਂ ਛੁਰੀ ਵਾਲੀ ਗੱਲ ਆਮ ਆਖਿਆ ਕਰਦੇ ਨੇ ਕਿ ਬਗਲ ਦੇ ਵਿੱਚ ਛੁਰੀ ਰੱਖੀ ਹੋਈ ਆ, ਭੇਖ ਬਣਾਇਆ ਹੋਇਆ ਸੰਤਾਂ ਵਾਲਾ, ਨਿਰਵਾਣ ਧਾਰਮਿਕ ਭੇਖ ਪਾਇਆ ਹੋਇਆ, ਪਰ ਕਰਮ ਇਸ ਦਾ ਕੋਈ ਵੀ ਚੰਗਾ ਨਹੀਂ। ਜਾਨ ਤਦੋ ਤੁਮਹੇ ਪ੍ਰਭ ਨੇ, ਮਨੁੱਖ ਸਮਝਦਾ ਕੀ ਹੈ ਕਿ ਉਹ ਪਰਮੇਸ਼ਰ ਬਹੁਤ ਦੂਰ ਹੈ, ਪਰ ਉਹ ਦੂਰ ਹੈ ਕੋਈ ਨਹੀਂ। ਕਹਿ ਰਵਿਦਾਸ ਹਾਥ ਪੈ ਨੇਰੀ ਸਹਿਜੀ ਹੋਈ ਸੋ ਹੋਈ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਆਪੰਗੰ ਬਪੂਤੇ, ਜੈ ਜੈ ਪੇਖੋ ਤਹ ਹਾਜ਼ੋਰ, ਦੂਰ ਕਤਹੁ ਨ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ, ਏਤ ਓਤ ਨਹੀਂ ਵਿਛੜੈ ਸੋ ਸੰਗੀ ਗਲੀਐ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭੰਡੀਐ, ਪ੍ਰਿਤ ਪਾਲੇ ਅਪਿਆਉ ਦੇ ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਸਾਵਤ ਦੇਹੁ ਦਇਆਲ ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪਗ ਪ੍ਰਭ ਰੇਨ ਪਗ ਸਾਧਾ। ਵਾਹਿਗੁਰੂ ਜੀ ਮੇਰੇ ਤੇ ਇਹ ਕਿਰਪਾ ਕਰ ਦਿਓ। ਪਰ ਮਨੁੱਖ ਸਮਝਦਾ ਦੂਰ, ਉਹ ਪਿਆਰਿਓ ਦੂਰ ਨਹੀਂ। ਦੂਰ ਸਮਝ ਕੇ ਹੀ ਮਨੁੱਖ ਜਦੋਂ ਪਾਪ ਕਰਮ ਹੁੰਦਾ ਦੂਰ ਹੀ ਸਮਝਦਾ। ਕਹਿੰਦੇ ਇੱਕ ਰਾਜੇ ਦੀ ਦਰਬਾਰ ਦੇ ਵਿੱਚ ਇੱਕ ਚੋਰ ਚੋਰੀ ਕਰਨ ਵਾਸਤੇ ਆਇਆ, ਚੋਰੀ ਦੇ ਇਰਾਦੇ ਨਾਲ ਆਇਆ, ਤੇ ਜਿਸ ਵੇਲੇ ਚੋਰੀ ਕਰਨ ਲੱਗਾ ਤੇ ਕੀ ਸੋਚ ਰਿਹਾ, ਉਸ ਰਾਜ ਦਾ ਰਾਜਾ ਜਿਹੜਾ ਸੀ ਆਪਣੀ ਰਾਣੀ ਨੂੰ ਪਤਾ ਕੀ ਕਹਿੰਦਾ, ਪਹਿਲੇ ਵੀ ਜ਼ਿਕਰ ਹੋਇਆ ਕਿ ਰਾਜੇ ਪਹਿਲੇ ਧਰਮੀ ਹੋਇਆ ਕਰਦੇ ਸਨ, ਧਰਮ ਦੇ ਕਰਮ ਕਰਿਆ ਕਰਦੇ ਸਨ। ਰਾਜਾ ਕਹਿੰਦਾ ਆਪਣੀ ਰਾਣੀ ਨੂੰ, ਕਹਿੰਦੇ ਕਿ ਸਾਡਾ ਪੁੱਤਰ ਹੈ, ਇਸ ਨੂੰ ਅਸੀਂ ਚਾਹੁੰਦੇ ਹਾਂ ਸੰਤ ਬਣਾ ਦੇਈਏ, ਇੱਕ ਮਹਾਤਮਾ ਬਣ ਜਾਵੇ, ਪਰਮੇਸ਼ਰ ਦਾ ਪਿਆਰਾ ਬਣ ਜਾਵੇ। ਅੱਜ ਦਾ ਪਿਆਰਿਓ ਸਮਾਂ ਇਹ ਹੈ ਕਿ ਸਾਡਾ ਪੁੱਤਰ ਵੱਡਾ ਬਿਜ਼ਨਸਮੈਨ ਬਣ ਜਾਵੇ। ਹੁਣ ਜਦੋਂ ਝਾਤੀ ਮਾਰੀ ਭਗਤ ਰਵਿਦਾਸ ਦੇ ਸਮੇਂ, ਭਗਤ ਕਬੀਰ ਜੀਆਂ ਦੇ ਸਮੇਂ ਦੀ, ਉਹਨਾਂ ਦਿਨਾਂ ਦੇ ਵਿੱਚ ਇਹ ਹੋਇਆ ਕਰਦਾ ਸੀ ਕਿ ਆਪਣੇ ਪੁੱਤਰ ਨੂੰ ਭਗਤੀ ਦੇ ਮਾਰਗ ਤੇ ਲਾਈਏ। ਇੱਕ ਤਾਂ ਘਰ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ ਜੂਈ ਜ਼ਰੂਰੀ ਭਗਤੀ ਵਾਲੇ ਪਾਸੇ ਲਾਇਆ ਜਾਂਦਾ ਸੀ ਨਾ, ਕਿ ਉਸ ਨੂੰ ਦਸਤਾਰ ਵੀ ਬਣਾਈ ਜਾਂਦੀ ਸੀ। ਜੇ ਹਿੰਦੂ ਲੋਕ ਸਨ ਉਹ ਉਸ ਨੂੰ ਦਸਤਾਰ ਵੀ ਬਣਾਇਆ ਕਰਦੇ ਸਨ, ਸਿੱਖ ਵੀ ਬਣਾਉਂਦੇ ਸਨ, ਤੇ ਭਗਤੀ ਦੇ ਮਾਰਗ ਵਾਲੇ ਪਾਸੇ ਲਾਇਆ ਕਰਦੇ ਸਨ ਕਿ ਇੱਕ ਪੁੱਤਰ ਜ਼ਰੂਰ ਭਗਤੀ ਵਾਲੇ ਮਾਰਗ ਤੇ ਲੱਗ ਜਾਵੇ। ਕਿ ਉਹਨਾਂ ਦੇ ਵਿੱਚ ਇਹ ਵੀ ਫਿਰਕ ਪੈ ਗਈ ਸੀ ਕਿ ਇੱਕ ਪੁੱਤਰ ਨੂੰ ਸਿੱਖ ਬਣਾਇਆ ਜਾਵੇ, ਇੱਕ ਪੁੱਤਰ ਘਰ ਦੇ ਵਿੱਚੋਂ ਸਿੱਖ ਜ਼ਰੂਰ ਬਣਾਇਆ ਜਾਵੇ। ਇਸ ਤਰ੍ਹਾਂ ਦਾ ਬਣਾਇਆ ਹੁੰਦਾ ਸੀ। ਇਹ ਹੁਣ ਜਿਹੜਾ ਚੋਰ ਚੋਰੀ ਕਰਨ ਵਾਲਾ ਸੀ, ਜਿਸ ਵੇਲੇ ਰਾਜ ਦਰਬਾਰ ਦੇ ਵਿੱਚ ਇਸਨੇ ਚੋਰੀ ਕਰਨੀ ਸੀ, ਰਾਣੀ ਤੇ ਰਾਜਾ ਇਹ ਗੱਲ ਕਰ ਰਹੇ ਨੇ, ਆਪਣੇ ਪੁੱਤਰ ਨੂੰ ਅਸੀਂ ਸੰਤ ਬਣਾਈਏ, ਮਹਾਤਮਾ ਬਣਾਈਏ, ਸਾਡਾ ਪੁੱਤਰ ਮਹਾਤਮਾ ਬਣ ਜਾਵੇ।
जिस वे चोर ने ये गल सुनी ते नाल नाल वो कह रही महात्मा बनने वास्ते राणी कहती इति प्रारब्ध है, जे परमेश्वर चाहे तो तां ही कोई महात्मा बन सकदा, प्रभु का प्यारा बन सकदा। जे परमेश्वर ना चाहे तो इस तरह हो नहीं सकता। राजा कहते साडे अलागे जंगल है जो इत्थे कहते 4 साधु रहिंदे ने, 4 साधु रहिंदे ने, कहते उन्हां दे कोल अपने पुत्र नूं छड्ड आवां, जिस तरह पुराने लोग करिया करते सन। धार्मिक अस्थानां ते अपने पुत्र नूं उत्थे छड्ड आवांगे ते उत्थे जा करके ये साधुआं दा संग रखेगा ते साधु बन जावेगा। हुण जिहड़ा चोर सी वो सुन रहा सी गल, कहंदे कि किड्डा वधिया मौका मैनूं मिलिया, कहंदे मैनूं चोरी करन दी की लोड़ है, मैं भी उन्हां साधुआं दे लागे जाके बह जाना। भेख करे निर्बान है, कहंदे मैं भी भेख बना लेना साधुआं वाला ते उन्हां दे लागे बैठ जावांगा ते ये जिहड़ा राजे दा पुत्र है इस नूं मैं अपना शिष्य बना लवांगा। राजे दा पुत्र मेरा शिष्य बन गया ते किते चोरियां करन दी लोड़ किहड़ी रह गई, सारा कुछ ही मेरा हो गया। राजे दा पुत्र मेरा चेला बन गया ते सारा कुछ ही मेरा हो जावेगा। इसने ये सोच सोच के हुण कहंदा कि मेरे कोल कोई नुकता भी होना चाहिए। कहती जदों मैं राजे के पुत्र नूं साधु बनाउणा ते मैनूं कुछ ना कुछ पता भी होना चाहिए। इसलिए कहते भगवे रंग के कपड़े पा ले, भेख बना लिया, जिवें सतगुरु कह रहे ने भेख करे निर्वाणे, साधुआं वाला भेख बना लिया, कपड़े साधुआं वाले पा ले ते जाके जिहड़े 4 साधु बैठे सन उन्हां दे कोल गया। पहले नूं कहंदा कि मैनूं मोक्ष चाहीदी है, मैं मुक्त होना चाहता, मैनूं कोई मार्ग दसो, मैनूं कोई मार्ग दसो। वो कहते किसी का दिल नहीं दुखाना चाहिए। बाबा फरीद जी भी ये गल कहते हैं, एक भिक्खा ना गलाए सबना में सच्चा धनी, कहते किसी नूं माड़ा ना बोलो, किसी का दिल नहीं दिखाना, कदे भी दिल नहीं दिखाना। भाई नंद लाल जी ये गल कहते हैं, खलक खालक की जान के खलक दुखावे नाही, खालक दुखै जब रंग दे खालक को पै ताही। कहंदी वो खालक कहंदी परमेश्वर नूं, कहंदी जदों खलकत दुखदी है ना, खालक दुखै जब रंग दी खालक को पै ताही, कहंदी वो परमेश्वर क्रोधित हो जाता है। कहंदी केवल इना करना है, चोर नूं आखदा साधु केवल किसी का मन नहीं दिखाना, बस यही कहते बस यही कर लै कि कभी किसी का मन नहीं दिखाना। हुण दूसरे एक नुकता मिल गया, दूसरे साधु के कोल गया, कहते जी मैनूं मोक्ष चाहिए है, मैं मुक्त होना चाहता ते मैनूं कोई मार्ग दसो। वो कहते हमेशा सच बोलना है, सच बोलना, कदे झूठ नहीं बोलना। बाबा फरीद जी कहते ना, बोलिए सच धर्म झूठ ना बोलिए, जो गुर दसे वाट मुरीदा डोलिए। कदे झूठ नहीं बोलना, भावें कहते सिर कर्म हो जाए पर झूठ नहीं बोलना, हमेशा सच का पल्ला पढ़ना है। प्यारो पर अज इदा होंदा कोई नहीं, लोग सच नूं छड्ड के झूठ वाले पासे लग जाते हैं, क्योंकि जिधर फायदा होवे उधर मनुख चलिया जाता। कहते हमेशा ही जिंदगी दे विच सच बोलना, कदे झूठ नहीं बोलना। तेरा सिर भी कलम हो जाए तां भी सच ही बोलना। कहते ठीक है, सच ही बोलांगा। हुण तीसरे दे कोल गया, तीसरे दे कोल गया ते तीसरा पता की कहंदा कि परमेश्वर की भगती करनी चाहिए है, परमेश्वर की भगती करनी चाहिए है। उस मालिक की भगती कदों तक करनी चाहिए है? सारी जिंदगी उसकी भगती करनी है, होर कुछ नहीं। कहते होर कुछ नहीं, कहते नहीं, मालिक की भगती हमेशा करनी है। उस मालिक के चरणों के नाल जुड़ के रहना है। अल्लाह की कर बंदगी जिस सिमरत दुख जाए, दिल में साईं प्रगट है बुझे वलंती नाही। उस मालिक की बंदगी करनी है। बंदगी बंदे
बंदगी एक त्यार, साहिब रोज धरों की प्यार। नाम तेरा आधार मेरा, जो फूल दई है नार। कह कबीर गुलाम घर का, जियाई भावी मार। कहती बंदगी करनी है उस मालिक की, बंदगी तो पासे कदे नहीं जाना, हमेशा उस चिंतन दे जुड़ के रहना, मालिक का चिंतन करते ही रहना। फिर कहती चौथे साधु के कोल गया, कहते जी मैनू मोक्ष चाहिए है, ये कोई रस्ता दसो। कहते रस्ता दसो। कहते एक रब ते भरोसा रखना, होर दूसरे किसी ते भरोसा नहीं रखना। क्यों जिमें असी ये गल आखते हैं सिख होने के नाते कि धन धन साहिब श्री गुरु ग्रंथ साहिब महाराज जी ते भरोसा रखना है, होर किसी ते भरोसा नहीं रखना। मुसलमान धर्म दे विच भी ये गल कहते ने, केवल रब ते भरोसा रखना, इको ते सबना में सच्चा धनी वो सारियां दे विच बैठा, उस रब ते भरोसा रखना, होर किसी ते भरोसा नहीं रखना। मनना है रब नूं मनना, होर किसी नूं नहीं मनना। हुण ये गल्लां इसनूं मिल गईयां, ये गल्लां इसनूं मिल गईयां सारियां। हुण राजे ने आउणा सी, राजे ने आउणा सी अपने पुत्र नूं शिष्य बनाउण वास्ते, ते राजा आया। राजा आया नाल राणी आई। जदों राजा ते राणी आए तो ये भी उत्थे बैठ गया पंजवीं थां ते, पंजवीं थां ते ये भी बैठ गया, क्योंकि सारे नुकते इसने सीख लिए, सारे नुकते इसने सीख ले। जिस वेले राजा ते राणी आए, उन्होंने पहले साधु के कोल जिस वेले गए तो उन्होंने पूछया कि असी चाहते हाँ अपने पुत्र नूं साधु बनाउणा, की सानू करना चाहिए। प्यारो ये सारे नुकते जिहड़े सी ना, उन्होंने कल्ले कल्ले साधु ने उन्होंने आखे, कल्ले कल्ले साधु ने उन्होंने आखे। तो जिस वेले कहते असीं ते समझते सी चार साधु आ, एक पंजवां भी बैठा होया, एक पंजवां भी बैठा होया। जिस वेले पंजवें दे कोल आए, ये जिहड़ा चोर सी, पर इसने भीख बनाया होया सी, भीख बनाया होया सी। जिस वेले इहदे कोल आए तो ये बिल्कुल चुप, ये बोले कुछ ना, ये बोले कुछ ना। ते कहते जिस वेले इहनूं पुछया कि महात्मा जी असीं अपने पुत्र नूं साधु बनाउणा चाहुंदे हां, साध बनाउणा चाहुंदे हां, ते की करना चाहिए? वो मोक्ष पदवी उसनूं मिल जावे, असीं ये गल चाहुंदे हां। फिर उसने भी यही गल आखी जिहड़ियां गल्लां उन्हें सिखियां सी ना, कि सच बोलना चाहिए, किसी का दिल नहीं दिखाना चाहिए, परमेश्वर ते विश्वास रखना चाहिए, इको परमेश्वर नूं मनना चाहिए। जिस वेले ये चार गल्लां आखियां ते राजा ते राणी बड़े हैरान। कहते एक साधु ने एक गल दसी, दूसरे ने एक गल दसी, तीसरे ने एक गल दसी, चौथे ने एक गल दसी। कि कहते आ पंजवां साधु जिहड़ा प्यारे चोर साध